ਤੋ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਵਿਸਮਾਦ ਵਿੱਚ ਚਲੇ ਗਏ। ਤੇ ਭਾਈ ਬਾਲਾ ਜੀ ਨੇ ਜਦੋਂ ਦੇਖਿਆ ਵੀ ਗੁਰੂ ਅੰਗਦ ਦੇਵ ਮਹਾਰਾਜ ਵਿਸਮਾਦ ਵਿੱਚ ਨੇ, ਤੇ ਭਾਈ ਬਾਲਾ ਜੀ ਨੇ ਜੋ ਸਾਖੀ ਕਰਦੇ ਸਨ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੀ ਗਾਥਾ ਸੁਣਾ ਰਹੇ ਸਨ, ਭਾਈ ਬਾਲਾ ਜੀ ਨੇ ਉਹ ਕਥਾ ਰੋਕ ਦਿੱਤੀ ਤੇ ਹੋਰ ਜਿਹੜੀਆਂ ਸੰਗਤਾਂ ਸੀ ਉਹਨਾਂ ਨੂੰ ਬੇਨਤੀ ਕੀਤੀ ਵੀ ਪਾਤਸ਼ਾਹ ਜੀ ਦੇ ਕੋਲੇ ਕਿਸੇ ਪ੍ਰਕਾਰ ਦੀ ਆਵਾਜ਼ ਨਾ ਕੀਤੀ ਜਾਵੇ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ। ਹੌਲੀ ਹੌਲੀ ਸਾਰੀਆਂ ਸੰਗਤਾਂ ਉੱਠ ਕੇ ਚਲੀਆਂ ਗਈਆਂ। ਜਿਹੜੇ ਹਜ਼ੂਰੀ ਸੇਵਾਦਾਰ ਸਨ ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਰਹਿ ਗਏ। ਤੇ ਕੁਛ ਕਾਲ ਇਸੇ ਤਰ੍ਹਾਂ ਬੀਤਿਆ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵਿਸਮਾਦ ਵਿੱਚੋਂ ਬਾਹਰ ਆਏ ਤਾਂ ਉਹਨਾਂ ਨੇ ਮੁੜ ਤੋਂ ਭਾਈ ਬਾਲੇ ਨੂੰ ਸਦਵਾਇਆ। ਭਾਈ ਬਾਲਾ ਜੀ ਕਿਰਪਾ ਕਰੋ, ਬੜਾ ਆਨੰਦ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਜੀਵਨ ਸਾਖੀਆਂ ਦੇ ਵਿੱਚ, ਕਿਰਪਾ ਕਰੋ। ਤੋ ਭਾਈ ਬਾਲਾ ਜੀ ਨੇ ਸਾਖੀ ਆਰੰਭ ਕੀਤੀ। ਕਹਿਣ ਲੱਗੇ ਸੱਚੇ ਪਾਤਸ਼ਾਹ ਇੱਕ ਵਾਰ ਨਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਕਹਿਣ ਲੱਗੇ ਬਾਲਿਆ ਚੱਲ ਤੈਨੂੰ ਇੱਕ ਐਸਾ ਦੇਸ਼ ਦਿਖਾਈਏ ਜਿੱਥੇ ਹੰਸ ਮੋਤੀ ਚੁਗਦੇ ਨੇ ਤੇ ਜਿੱਥੋਂ ਦੇ ਲੋਕ ਪਰਮੇਸ਼ਰ ਨੂੰ ਨਹੀਂ ਮੰਨਦੇ। ਭਾਈ ਬਾਲਾ ਜੀ ਕਹਿਣ ਲੱਗੇ ਮੈਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੀ ਹੰਸ ਮੋਤੀ ਚੁਗਦੇ ਨੇ, ਬੜੀ ਕੀਮਤੀ ਜੋ ਹੈ ਵਸਤ ਹੈ ਮੋਤੀ, ਤੇ ਉਹ ਉੱਥੋਂ ਦਾ ਜੋ ਹੈ ਲੋਕਾਂ ਦਾ ਬਹੁਤ ਵੱਡਾ ਭਰੋਸਾ ਪਰਮੇਸ਼ਰ ਦੇ ਉੱਤੇ ਹੋਵੇਗਾ। ਤੇ ਆਪ ਜੀ ਕਹਿੰਦੇ ਹੋ ਰੱਬ ਨੂੰ ਨਹੀਂ ਮੰਨਦੇ ਉਹ ਲੋਕ। ਸਤਿਗੁਰੂ ਕਹਿੰਦੇ ਨੇ ਚਲੋ ਉੱਥੇ ਚੱਲ ਕੇ ਤੁਹਾਨੂੰ ਸਾਰਾ ਕੁਛ ਜੋ ਬਰਤਾਂਤ ਆਪਣੀ ਅੱਖੀਂ ਦੇਖ ਲਓ। ਇੱਥੇ ਭਾਈ ਬਾਲਾ ਜੀ ਜਨਮ ਸਾਖੀ ਦੇ ਵਿੱਚ ਉਹਨਾਂ ਨੇ ਦੱਸਿਆ, ਕਹਿੰਦੇ ਵੀ ਪਾਤਸ਼ਾਹ ਕਹਿਣ ਲੱਗੇ ਅੱਖਾਂ ਬੰਦ ਕਰੋ ਤੇ ਗੁਰਬਾਣੀ ਦਾ ਕੀਰਤਨ ਆਰੰਭ ਕਰ ਦਿਓ। ਬਸ ਰਬਾਬ ਦੇ ਨਾਲ ਕੀਰਤਨ ਹੋ ਰਿਹਾ ਹੈ। ਮਰਦਾਨਾ ਜੀ, ਬਾਲਾ ਜੀ ਅੱਖਾਂ ਬੰਦ ਨੇ, ਨੇਤਰ ਬੰਦ ਨੇ, ਪਾਤਸ਼ਾਹ ਗੁਰਬਾਣੀ ਉਚਾਰਨ ਕਰੀ ਜਾ ਰਹੇ ਨੇ। ਕਹਿੰਦੇ ਭਾਈ ਬਾਲਾ ਕਹਿੰਦਾ ਜਦੋਂ ਸਾਡੀਆਂ ਅੱਖਾਂ ਖੁੱਲ੍ਹੀਆਂ ਅਸੀਂ ਸਮੁੰਦਰ ਦੇ ਕੰਢੇ ਬੈਠੇ ਹੋਏ ਸੀ, ਸਮੁੰਦਰ ਦੇ ਕੰਢੇ ਬੈਠੇ ਹੋਏ ਸੀ। ਤੇ ਪਾਤਸ਼ਾਹ ਕਹਿਣ ਲੱਗੇ ਹੁਣ ਨਾ ਆਪਾਂ ਇਸ ਸਮੁੰਦਰ ਦੇ ਉੱਪਰੋਂ ਤੁਰ ਕੇ ਜਾਣਾ ਹੈ। ਭਾਈ ਬਾਲਾ ਜੀ ਕਹਿੰਦੇ ਸੱਚੇ ਪਾਤਸ਼ਾਹ ਆਪ ਜੀ ਸ਼ਬਦ ਗਾਉਂਦਿਆਂ ਗਾਉਂਦਿਆਂ ਇੱਥੇ ਪਹੁੰਚ ਗਏ ਹੋ, ਇਸ ਤੋਂ ਅੱਗੇ ਵੀ ਆਪਾਂ ਸ਼ਬਦ ਗਾਉਂਦਿਆਂ ਜਾ ਸਕਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਨਹੀਂ, ਜਿੱਥੋਂ ਸ਼ਬਦ ਗਾਉਂਦਿਆਂ ਆਉਣਾ ਸੀ ਉੱਥੋਂ ਸ਼ਬਦ ਗਾਉਂਦੇ ਆਏ ਹਾਂ, ਅਤੇ ਜਿੱਥੋਂ ਤੁਰ ਕੇ ਜਾਣਾ ਹੈ ਉੱਥੇ ਹੁਣ ਆਪਾਂ ਤੁਰ ਕੇ ਹੀ ਜਾਣਾ ਹੈ, ਸ਼ਬਦ ਗਾਉਂਦਿਆਂ ਹੋਇਆਂ ਨਹੀਂ ਜਾਣਾ। ਬੇਸ਼ੱਕ ਸੁਰਤ ਨਿਰੰਕਾਰ ਦੇ ਚਰਨਾਂ ਵਿੱਚ ਰਹਿਣੀ ਚਾਹੀਦੀ ਹੈ। ਇੱਥੇ ਸੁਮੱਤ ਵੀ ਦੇਣੀ ਸੀ। ਅਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਇਸ ਸਮੁੰਦਰ ਦੇ ਉੱਪਰੋਂ ਆਪਾਂ ਚੱਲ ਕੇ ਜਾਣਾ ਅਤੇ ਤੁਸੀਂ ਵਾਹਿਗੁਰੂ 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 ਦਾ ਜਾਪ ਕਰਦੇ ਹੋਏ ਮੇਰੇ ਪਿੱਛੇ ਪਿੱਛੇ ਤੁਰੇ ਆਓ। ਹੁਣ ਭਰੋਸਾ ਵੀ ਏਡਾ ਹੋਵੇ ਨਾ ਸਿੱਖ ਦਾ। ਹੁਣ ਕਈ ਵਾਰ ਆਪਾਂ ਕਹਿੰਦੇ ਨੇ ਗੁਰੂ ਦੇ ਅੰਦਰ ਇੰਨੀ ਸਮਰੱਥਾ ਨਹੀਂ ਸੀ, ਗੁਰੂ ਸਮੁੰਦਰ ਦੇ ਉੱਪਰ ਨਹੀਂ ਚੱਲਿਆ। ਅੱਗੇ ਵੀ ਆਪਾਂ ਸਰਵਣ ਕੀਤਾ ਨਾ ਬਈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਲੀ ਕੰਧਾਰੀ ਦਾ ਪਹਾੜ ਨਹੀਂ ਰੋਕਿਆ ਤਾਂ ਕਰਾਮਾਤ ਹੋ ਗਈ। ਮੱਕੇ ਦੇ ਵਿੱਚ ਜਿਹੜਾ ਉਹ ਚਰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘੁਮਾਉਣ ਦੇ ਜਿਹੜਾ ਉਹ ਸਾਰੀ ਸਾਖੀ ਅੱਗੇ ਆਪਾਂ ਸਰਵਣ ਕਰ ਚੁੱਕੇ ਹਾਂ। ਮੱਕਾ ਨਹੀਂ ਘੁਮਾਇਆ, ਸਰਪ ਨੇ ਛਾਇਆ ਨਹੀਂ ਕੀਤੀ, ਉਜੜਿਆ ਹੋਇਆ ਖੇਤ ਉਹ ਵੀ ਹਰਿਆ ਭਰਿਆ ਨਹੀਂ ਹੋਇਆ, ਨਹੀਂ ਕੀਤਾ। ਅਤੇ ਉੱਤਰਾਖੰਡ ਦੇ ਵਿੱਚ ਨਾਨਕ ਮਾਤਾ ਸਾਹਿਬ ਉੱਥੇ ਉੱਡਦਾ ਹੋਇਆ ਪਿੱਪਲ ਜਿਹੜਾ ਸਿੱਧੀਆਂ ਰਿਧੀਆਂ ਦੇ ਨਾਲ ਉਡਾਇਆ ਸੀ ਉਹ ਵੀ ਨਹੀਂ ਰੋਕਿਆ। ਤੋ ਬੜਾ ਅੱਜ ਵੀ ਗੁਰੂ ਘਰਾਂ ਦੇ ਉੱਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ ਭੋਰੇ ਸਾਹਿਬ 'ਚ ਬਹਿ ਕੇ ਬੰਦਗੀ ਕੀਤੀ ਸੀ ਉਹਦੇ ਉੱਤੇ ਕਿੰਤੂ, ਸਰੋਵਰਾਂ ਦੇ ਉੱਤੇ ਕਿੰਤੂ ਪਰੰਤੂ, ਬੜਾ ਕੁਛ ਚੱਲਦਾ ਸਮਾਜ ਦੇ ਵਿੱਚ।
ਪਰ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਰਪਾ ਕੀਤੀ ਹੈ ਵੀ ਇਹ ਤਾਂ ਭਾਵਨਾ ਦੀ, ਹੁਣ ਇੱਥੇ ਇੱਕ ਭਰਮ ਦੂਰ ਕਰਨਾ ਸੀ ਤੇ ਕਹਿਣ ਲੱਗੇ ਆਪਾਂ ਚੱਲ ਕੇ ਜਾਣਾ। ਬਾਣੀ ਵਿੱਚ ਬੜੀ ਪਾਵਰ ਹੈ, ਬਾਣੀ ਵਿੱਚ ਬੜੀ ਸ਼ਕਤੀ ਹੈ। ਜੇ ਸਿੱਧ ਲੋਕ ਰਿੱਧੀਆਂ ਸਿੱਧੀਆਂ ਹਾਸਲ ਕਰਕੇ ਇੰਨਾ ਕੁਛ ਕਰ ਸਕਦੇ ਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਰਿੱਧੀਆਂ ਸਿੱਧੀਆਂ ਦੇਣ ਵਾਲੇ ਸਨ, ਦਾਤੇ ਸਨ ਉਹ ਤਾਂ। ਤੇ ਜਦੋਂ ਸਮੁੰਦਰ ਦੇ ਉੱਤੇ ਚੱਲੇ ਨਾ, ਵਾਹਿਗੁਰੂ 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 ਜਾਪ ਕਰਦੇ ਹੋਏ ਭਾਈ ਬਾਲਾ ਜੀ ਕਹਿੰਦੇ ਮੈਂ ਤੇ ਮਰਦਾਨਾ ਜੀ ਚੱਲ ਰਹੇ ਹਾਂ। ਕਹਿੰਦੇ ਮਰਦਾਨੇ ਦੇ ਕੰਨਾਂ ਵਿੱਚ ਇੱਕ ਆਵਾਜ਼ ਪਈ ਵੀ ਗੁਰੂ ਨਾਨਕ ਦੇ ਮਹਾਰਾਜ ਧੰਨ ਨਿਰੰਕਾਰ, ਧੰਨ ਨਿਰੰਕਾਰ। ਉਹਨਾਂ ਦੇ ਪਾਵਨ ਪਵਿੱਤਰ ਮੁਖਾਰ ਬਿੰਦ 'ਚੋਂ ਆਵਾਜ਼ ਆ ਰਹੀ ਹੈ। ਅਤੇ ਮਰਦਾਨੇ ਨੇ ਸੋਚਿਆ ਵੀ ਸਾਨੂੰ ਵਾਹਿਗੁਰੂ ਜਪਣ ਨੂੰ ਕਿਹਾ ਅਤੇ ਪਾਤਸ਼ਾਹ ਜੀ ਧੰਨ ਨਿਰੰਕਾਰ ਜਪ ਰਹੇ ਨੇ ਅਤੇ ਮੈਂ ਵੀ ਧੰਨ ਨਿਰੰਕਾਰ ਹੀ ਜਪਦਾ। ਅਤੇ ਭਾਈ ਬਾਲਾ ਜੀ ਕਹਿੰਦੇ ਮਰਦਾਨਾ ਜੀ ਨੇ ਧੰਨ ਨਿਰੰਕਾਰ ਜਪਣਾ ਸ਼ੁਰੂ ਕਰ ਦਿੱਤਾ। ਕਹਿੰਦੇ ਜਿਉਂ ਹੀ ਮਰਦਾਨੇ ਦੇ ਮੁੱਖ ਵਿੱਚੋਂ ਧੰਨ ਨਿਰੰਕਾਰ ਨਿਕਲਿਆ, ਮਰਦਾਨਾ ਗੋਤੇ ਖਾਣ ਲੱਗ ਪਿਆ, ਡੁੱਬਣ ਲੱਗ ਪਿਆ। ਮੈਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਰਦਾਨਾ ਤਾਂ ਗਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਪਿੱਛੇ ਦੇਖਿਆ ਕਹਿਣ ਲੱਗੇ ਮਰਦਾਨੇ ਕੀ ਗੱਲ ਹੋ ਗਈ? ਕਹਿੰਦਾ ਸੱਚੇ ਪਾਤਸ਼ਾਹ ਗਲਤੀ ਹੋ ਗਈ, ਮਾਫ ਕਰ ਦਿਓ। ਆਪ ਜੀ ਦੇ ਮੁਖਾਰ ਬਿੰਦ ਦੇ ਵਿੱਚੋਂ ਧੰਨ ਨਿਰੰਕਾਰ ਦੀ ਆਵਾਜ਼ ਸੁਣ ਕੇ ਮੈਂ ਵੀ ਧੰਨ ਨਿਰੰਕਾਰ ਕਰਨ ਲੱਗ ਪਿਆ, ਵਾਹਿਗੁਰੂ ਛੱਡ ਦਿੱਤਾ। ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਥੇ ਸੁਮੱਤ ਕੀ ਦਿੱਤੀ? ਕਹਿੰਦੇ ਦੇਖੋ ਜਿਹੜਾ ਗੁਰੂ ਹੈ ਨਾ, ਉਹਦੀ ਕਰਨੀ ਵੱਲ ਨਾ ਦੇਖੋ, ਉਹਦੇ ਬਚਨਾਂ ਵੱਲ ਦੇਖੋ। ਉਹ ਕੀ ਕਰਦਾ ਹੈ, ਉਹਦੀ ਆਪਣੀ ਖੇਡ ਹੈ। ਆਪਾਂ ਉਹਦੀ ਜਿਹੜੀ ਸਰੀਰਕ ਐਕਟੀਵਿਟੀ ਹੈ ਉਹਦੇ ਵੱਲ ਧਿਆਨ ਦਿੰਦੇ ਹਾਂ ਜ਼ਿਆਦਾਤਰ। ਅਤੇ ਸਤਿਗੁਰੂ ਕਹਿੰਦੇ ਨੇ ਨਹੀਂ, ਉਹਦੇ ਬਚਨਾਂ ਵੱਲ ਧਿਆਨ ਦਿਓ ਵੀ ਇਹਦਾ ਹੁਕਮ ਕੀ ਹੈ, ਇਹਦਾ ਬਚਨ ਕੀ ਹੈ। ਹੁਣ ਉਹਦੇ ਸਰੀਰ ਦੀ ਐਕਟੀਵਿਟੀ ਜਾਂ ਜੋ ਉਹ ਕਰਦਾ ਸੀ ਉਹਦੇ ਤਰ੍ਹਾਂ ਕਰਨ, ਉਹਦੇ ਵਾਂਗੂ ਕਰਨ ਲੱਗ ਪਈਏ ਅਤੇ ਪਾਤਸ਼ਾਹ ਕਹਿੰਦੇ ਨੇ ਫਿਰ ਤਾਂ ਮਰਦਾਨੇ ਵਾਂਗੂ ਗੋਤੇ ਹੀ ਖਾਣੇ, ਡੁੱਬਣਾ ਹੀ ਹੈ। ਔਰ ਸਾਡਾ ਧਿਆਨ ਕੇਵਲ ਬਾਹਰੀ ਕਰਨੀ ਵੱਲ ਜ਼ਿਆਦਾ ਹੁੰਦਾ, ਬਚਨਾਂ ਵੱਲ ਨਹੀਂ। ਇਸ ਲਈ ਮਰਦਾਨਿਆਂ ਬਚਨਾਂ 'ਤੇ ਧਿਆਨ ਦਿਆ ਕਰ, ਕਰਨੀ ਵੱਲ ਨਹੀਂ। ਹੱਥ ਜੋੜੇ ਮਾਫੀ ਮੰਗੀ, ਫਿਰ ਵਾਹਿਗੁਰੂ 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 ਜਿਹੜਾ ਹੁਕਮ ਸੀ ਉਹ ਜਪਦਿਆਂ ਹੋਇਆਂ ਉਹ ਸਮੁੰਦਰ ਨੂੰ ਪਾਰ ਕਰ ਗਏ। ਕਹਿੰਦੇ ਇੱਕ ਟਾਪੂ ਆਇਆ, ਉੱਥੇ ਇੱਕ ਬੜਾ ਵੱਡਾ ਸ਼ਹਿਰ ਜਿਹਦਾ ਨਾਮ ਇਤਿਹਾਸ ਵਿੱਚ ਜਨਮ ਸਾਖੀ ਭਾਈ ਬਾਲੇ ਵਾਲੀ ਵਿੱਚ ਲਿਖਿਆ ਹਾਰੂ ਦੇਸ਼। ਅਤੇ ਉੱਥੋਂ ਦਾ ਜਿਹੜਾ ਰਾਜਾ ਸੀ, ਸਾਰੀ ਪ੍ਰਜਾ ਸੀ, ਉਹ ਰੱਬ ਨੂੰ ਨਹੀਂ ਸੀ ਮੰਨਦੇ। ਅਤੇ ਉੱਥੇ ਜਦੋਂ ਦੇਖਿਆ ਨਾ ਮਰਦਾਨੇ ਨੇ ਹੰਸ ਚਿੱਟੇ ਮੋਤੀ ਉਹਨਾਂ ਦਾ ਭੋਜਨ ਹੈ ਖਾ ਰਹੇ ਨੇ, ਅਤੇ ਲੋਕਾਂ ਦੇ ਅੰਦਰ ਕਿਉਂਕਿ ਅੱਜ ਦੀ ਤਰ੍ਹਾਂ ਜਾਨਵਰਾਂ ਨੂੰ ਮਾਰਨ ਦੀ ਪ੍ਰਵਿਰਤੀ ਬਹੁਤ ਘੱਟ ਸੀ। ਬਹੁਤ ਲੋਕ, ਬੜੇ ਟਾਪੂ ਐਸੇ ਸਨ ਜਿੱਥੇ ਲੋਕਾਂ ਦਾ ਭੋਜਨ ਹੀ ਪਸ਼ੂ ਮਾਰ ਕੇ ਖਾਣਾ ਸੀ। ਪਰ ਹਾਰੂ ਦੇਸ਼ ਦੇ ਵਿੱਚ ਜਿੱਥੋਂ ਦੀ ਅੱਜ ਭਾਈ ਬਾਲਾ ਜੀ ਸਾਖੀ ਸੁਣਾ ਰਹੇ ਨੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ, ਕਹਿੰਦੇ ਉੱਥੇ ਪਸ਼ੂਆਂ ਨੂੰ ਮਾਰਨ ਦਾ ਉਹਨਾਂ ਦਾ ਰਿਵਾਜ ਨਹੀਂ ਸੀ, ਉਹਨਾਂ ਦੀ ਸੋਚ ਨਹੀਂ ਸੀ। ਉਹ ਭੋਜਨ ਜਿਹੜਾ ਹੈ ਪਸ਼ੂਆਂ ਦਾ ਮਾਸ ਨਹੀਂ ਸੀ ਖਾਂਦੇ, ਉਹ ਕਿਰਤ ਕਰਕੇ ਖਾਂਦੇ ਸਨ, ਪਰ ਪਰਮੇਸ਼ਰ ਨੂੰ ਨਹੀਂ ਸੀ ਮੰਨਦੇ। ਹੁਣ ਉੱਥੇ ਦੇਖਿਆ ਵੀ ਹੰਸ ਜਿਹੜੇ ਨੇ ਚਿੱਟੇ ਮੋਤੀ ਖਾ ਰਹੇ ਨੇ, ਪਰ ਮਨੁੱਖ ਦੇ ਕੋਲੋਂ ਡਰਦੇ ਨਹੀਂ। ਜਾਨਵਰ ਉਹੀ ਉੱਥੇ ਡਰਨਗੇ ਨਾ ਜਿੱਥੇ ਉਹਨਾਂ ਨੂੰ ਕੋਈ ਮਾਰਨ ਵਾਲਾ ਹੋਵੇ। ਅਤੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਵੀ ਇਹ ਤਾਂ ਹੰਸ ਮੋਤੀ ਖਾ ਰਹੇ, ਕਿੰਨਾ ਇਹ ਕੀਮਤੀ ਮੋਤੀ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਹਨਾਂ ਦਾ ਭੋਜਨ ਹੈ, ਇਹਨਾਂ ਨੇ ਛਕਣਾ ਹੈ। ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਬੜਾ ਸੁੰਦਰ ਬ੍ਰਿਸ਼ ਹੈ, ਸ਼ਾਨਦਾਰ, ਉਹਦੇ ਥੱਲੇ ਸਤਿਗੁਰੂ ਬਿਰਾਜਮਾਨ ਹੋ ਗਏ। ਉੱਥੇ ਗੁਰਬਾਣੀ ਦਾ ਕੀਰਤਨ ਆਰੰਭ ਹੋ ਗਿਆ। ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਨੇ, ਔਰ ਰਬਾਬ ਦੇ ਵਿੱਚ ਐਸੀ ਕਸ਼ਿਸ਼ ਸੀ, ਐਸੀ ਖਿੱਚ ਸੀ, ਜਿਹੜਾ ਵੀ ਸੁਣਦਾ ਜਿਹਦੇ ਕੰਨਾਂ 'ਚ ਪੈ ਜਾਂਦੀ ਉਹ ਖਿੱਚਿਆ ਤੁਰਿਆ ਆਉਂਦਾ। ਅਤੇ ਇਸ ਹਾਰੂ ਸ਼ਹਿਰ ਦੇ ਵਿੱਚ ਨਾ ਇੱਕ ਜੋਗੀ ਸੀ, ਜੋਗੀ ਸਰੇਵੜਾ, ਅਤੇ ਉਹਨੇ ਇੱਕ ਭਰਮ ਫੈਲਾਇਆ ਹੋਇਆ ਸੀ। ਰਿੱਧੀਆਂ ਸਿੱਧੀਆਂ ਉਹਨੇ ਵੱਸ ਵਿੱਚ ਕੀਤੀਆਂ ਸੀ। ਦੇਖੋ ਕਈ ਵਾਰ ਨਾ ਬੜਾ ਭੁਲੇਖਾ ਮਨੁੱਖ ਨੂੰ ਪੈ ਜਾਂਦਾ, ਰਿੱਧੀਆਂ ਸਿੱਧੀਆਂ ਨਾਮ ਜਪ ਕੇ
ਪ੍ਰਾਪਤ ਹੁੰਦੀਆਂ ਨੇ। ਪਰ ਜਦੋਂ ਇਹ ਤਾਕਤ ਆ ਜਾਂਦੀ ਹੈ ਫਿਰ ਮਨੁੱਖ ਉਸੇ ਹੀ ਰਿੱਧੀ ਸਿੱਧੀ ਨੂੰ ਗਲਤ ਕੰਮਾਂ ਵਿੱਚ ਵਰਤਣਾ ਸ਼ੁਰੂ ਕਰ ਦਿੰਦਾ ਅਤੇ ਨਾਮ ਸਿਮਰਨ ਨੂੰ ਛੱਡ ਦਿੰਦਾ। ਭੁੱਲ ਜਾਂਦਾ ਮੈਨੂੰ ਇਹ ਰਿੱਧੀਆਂ ਸਿੱਧੀਆਂ ਮਿਲੀਆਂ ਕਿੱਥੋਂ। ਜਦੋਂ ਰਿੱਧੀਆਂ ਸਿੱਧੀਆਂ ਆ ਗਈਆਂ ਫਿਰ ਸਮਝਦਾ ਕਿ ਮੈਂ ਹੀ ਰੱਬ ਹਾਂ, ਮੈਂ ਹੀ ਪਰਮੇਸ਼ਰ ਹਾਂ। ਇਸੇ ਤਰ੍ਹਾਂ ਇਹ ਸਰੇਵੜਾ ਕਰਦਾ। ਇਹਨੇ ਪੂਰਾ ਹਾਰੂ ਸ਼ਹਿਰ ਜਾਇਓ ਕਹਿ ਲਈਏ, ਹਾਰੂ ਜਿਹੜਾ ਰਾਜਾ ਸੀ ਇੱਥੋਂ ਦਾ, ਉਹਦੇ ਜਿੰਨੇ ਵੀ ਇਲਾਕੇ ਵਿੱਚ ਉਹਦਾ ਰਾਜ ਸੀ ਸਾਰੇ ਇਲਾਕੇ ਨੂੰ ਆਪਣਾ ਗੁਲਾਮ ਬਣਾਇਆ ਹੋਇਆ ਸੀ। ਆ ਮੀਂਹ ਬਾਰਿਸ਼ ਜੋ ਪੈਂਦੀ ਹੈ ਮੇਰੇ ਹੁਕਮ ਨਾਲ ਪੈਂਦੀ ਹੈ। ਮੈਂ ਹੀ ਪਰਮੇਸ਼ਰ ਹਾਂ, ਮੈਂ ਹੀ ਖੁਦਾ ਹਾਂ, ਮੈਂ ਹੀ ਰੱਬ ਹਾਂ। ਕਿਸੇ ਦੇ ਘਰ ਔਲਾਦ ਪੈਦਾ ਹੁੰਦੀ ਉਹ ਮੇਰੇ ਹੁਕਮ ਦੇ ਨਾਲ ਹੁੰਦੀ ਹੈ। ਜੇ ਇੱਥੇ ਅੰਨ ਪੈਦਾ ਹੁੰਦਾ ਮੇਰੇ ਹੁਕਮ ਨਾਲ ਹੁੰਦਾ। ਜਿੰਨੀ ਬਨਾਸਪਤੀ ਹੈ ਇਹ ਪੈਦਾ ਹੁੰਦੀ ਹੈ ਮੇਰੇ ਹੁਕਮ ਨਾਲ ਹੁੰਦੀ ਹੈ। ਤੋ ਸਾਰੇ ਹੀ ਰਾਜਾ ਵੀ ਉਸ ਸਰੇਵੜੇ ਜੋਗੀ ਦੇ ਚਰਨਾਂ 'ਤੇ ਰੋਜ਼ ਮੱਥਾ ਟੇਕਦੇ। ਬੜੀ ਪੂਜਾ ਹੁੰਦੀ, ਬੜੀਆਂ ਭੇਟਾਵਾਂ। ਚਾਰੇ ਪਾਸੇ ਸਮੁੰਦਰ ਹੈ, ਮੋਤੀ ਆਮ ਹੈ ਅਤੇ ਮੋਤੀਆਂ ਦੇ ਥਾਲ ਬੜੇ ਮੱਥੇ ਉਸ ਜੋਗੀ ਨੂੰ ਟੇਕੇ ਜਾਂਦੇ। ਅਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਉੱਥੇ ਗੁਰਬਾਣੀ ਦਾ ਕੀਰਤਨ ਹੋਣ ਲੱਗਾ, ਰਬਾਬ ਵੱਜਣ ਲੱਗੀ, ਲੋਕ ਖਿੱਚੇ ਆਏ ਅਤੇ ਹੌਲੀ 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 ਇਹ ਚਰਚਾ ਮਹਿਲਾਂ ਤੱਕ ਪਹੁੰਚ ਗਈ। ਹੁਣ ਇੱਥੋਂ ਦਾ ਰਾਜਾ ਵੀ ਆ ਗਿਆ, ਉਹਨੇ ਵੀ ਮੱਥਾ ਟੇਕਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ। ਅਤੇ ਆਪ ਜੀ ਕਿੱਥੋਂ ਆਏ ਹੋ, ਕੀ ਨਾਮ ਹੈ? ਦੇਖੋ ਜਿਹੜਾ ਨਵਾਂ ਕੋਈ ਕਿਸੇ ਦੂਸਰੇ ਦੇਸ਼ ਦਾ ਕੋਈ ਮਨੁੱਖ ਆਉਂਦਾ ਹੈ ਜਾਂ ਦੂਸਰੇ ਇਲਾਕੇ ਦਾ ਆਉਂਦਾ, ਅਕਸਰ ਆਪਾਂ ਪੁੱਛਦੇ ਹਾਂ। ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਦੋਂ ਪੁੱਛਿਆ, ਭਾਈ ਮਰਦਾਨਾ ਜੀ ਨੇ ਸਾਰਾ ਕੁਝ ਦੱਸਿਆ ਵੀ ਇਹ ਗੁਰੂ ਨਾਨਕ ਦੇਵ ਮਹਾਰਾਜ ਪੰਜਾਬ ਦੀ ਧਰਤੀ ਤੋਂ ਆਏ ਨੇ। ਅਤੇ ਰਾਜਾ ਕਹਿੰਦਾ ਵੀ ਮੰਨਦੇ ਕਿਹਨੂੰ? ਅਸੀਂ ਤਾਂ ਸਰੇਵੜੇ ਜੋਗੀ ਨੂੰ ਮੰਨਦੇ ਹਾਂ। ਅਤੇ ਭਾਈ ਮਰਦਾਨਾ ਜੀ ਕਹਿੰਦੇ ਨੇ ਇੱਕ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ, ਉਹਦਾ ਹੀ ਸਿਮਰਨ ਕਰਦੇ ਨੇ ਅਤੇ ਆਪ ਵੀ ਉਹੀ ਨੇ, ਮਨੁੱਖ ਦੇਹੀ ਦੇ ਵਿੱਚ ਸੰਸਾਰ ਵਿੱਚ ਆਏ ਨੇ। ਰਾਜਾ ਬੜਾ ਹੈਰਾਨ ਹੋਇਆ ਵੀ ਜਿਹੜਾ ਸਾਡਾ ਗੁਰੂ ਹੈ ਉਹ ਕਹਿੰਦਾ ਮੈਂ ਰੱਬ ਹਾਂ ਅਤੇ ਇਹ ਮਹਾਤਮਾ ਦਾ ਸੇਵਾਦਾਰ ਕਹਿੰਦਾ ਇਹ ਰੱਬ ਨੇ। ਹੁਣ ਰਾਜਾ ਕਹਿੰਦਾ ਪਾਤਸ਼ਾਹ ਵੀ ਇੱਥੇ ਜਿਹੜਾ ਸਾਡਾ ਰੱਬ ਹੈ ਨਾ, ਜਿਹੜਾ ਉਹ ਵੀ ਸਾਡੇ ਵਰਗਾ ਹੀ ਹੈ ਜਿਵੇਂ ਤੁਸੀਂ ਹੋ। ਉਹਦੇ ਹੁਕਮ ਨਾਲ ਬਾਰਿਸ਼ ਹੁੰਦੀ ਹੈ, ਉਹਦੇ ਹੁਕਮ ਦੇ ਨਾਲ ਸਾਡੀ ਜੋ ਮਨੁੱਖ ਜਾਤੀ ਹੈ ਇਹਦੇ ਵਿੱਚ ਵਾਧਾ ਹੁੰਦਾ ਹੈ। ਉਹਦੇ ਹੁਕਮ ਦੇ ਨਾਲ ਜੋ ਹੈ ਇਹ ਬਨਾਸਪਤੀ ਪੈਦਾ ਹੁੰਦੀ ਹੈ, ਬਾਰਿਸ਼ਾਂ ਪੈਂਦੀਆਂ ਨੇ, ਸਾਰਾ ਕੁਝ। ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੁੱਛਿਆ, ਕਹਿਣ ਲੱਗੇ ਕੌਣ ਹੈ? ਕਹਿੰਦੇ ਜੀ ਜੋਗੀ ਜੀ ਨੇ ਸਾਡੇ, ਤਾਂ ਉਹ ਗੁਰੂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਮੀਂਹ ਪੈ ਜਾਂਦਾ, ਉਹਨਾਂ ਨੂੰ ਬੇਨਤੀ ਕਰਦੇ ਹਾਂ ਸਭ ਕੁਝ ਮਿਲ ਜਾਂਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਨਹੀਂ ਭਾਈ, ਇਹ ਸਾਰਾ ਕੁਝ ਕਰਨ ਵਾਲਾ ਪਾਰ ਬ੍ਰਹਮ ਪਰਮੇਸ਼ਰ ਨਿਰੰਕਾਰ ਵਾਹਿਗੁਰੂ ਹੈ। ਹੁਣ ਜਿਹਦੇ 'ਤੇ ਭਰੋਸਾ ਕਿਸੇ ਦਾ ਹੋਵੇ ਉਹ ਟੁੱਟਣਾ ਬੜਾ ਔਖਾ ਹੈ। ਜਾਂ ਜਿਹੇ ਜਿਹੀ ਸੋਚ ਕਿਸੇ ਦੀ ਬਣ ਜਾਂਦੀ ਹੈ ਨਾ, ਉਹ ਸੋਚ ਨੂੰ ਦੂਰ ਕਰਨਾ ਬੜਾ ਔਖਾ ਹੈ। ਜਿਵੇਂ ਲੋਹੇ ਨੂੰ ਜੰਗਾਲ ਲੱਗ ਗਿਆ ਨਾ, ਸੋਚ ਨੂੰ ਜੰਗਾਲ ਲੱਗ ਗਿਆ, ਉਹਨੂੰ ਲਾਹੁਣਾ ਬੜਾ ਔਖਾ ਹੈ। ਅਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਕਹਿਣ ਲੱਗੇ ਭਾਈ ਇਸ ਤਰ੍ਹਾਂ ਨਹੀਂ ਹੁੰਦਾ, ਨਿਰੰਕਾਰ ਦੇ ਹੁਕਮ ਵਿੱਚ ਸਾਰਾ ਕੁਝ। ਉਹ ਕਹਿੰਦੇ ਨਹੀਂ ਜੀ ਸਾਡਾ ਤਾਂ ਉਹੀ ਗੁਰੂ ਹੈ। ਚਲੋ ਚਲੇ ਗਏ। ਅਤੇ ਜਿਸ ਦਿਨ ਤੋਂ ਇਹ ਵਿਚਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਹੋਈ, ਉਸ ਇਲਾਕੇ ਵਿੱਚੋਂ ਬਾਰਿਸ਼ਾਂ ਹੀ ਬੰਦ ਹੋ ਗਈਆਂ। ਪ੍ਰੈਕਟੀਕਲੀ ਵੀ ਸਮਝਾਉਣਾ ਪੈਂਦਾ ਨਾ, ਕੁਝ ਲੋਕ ਐਸੇ ਹੁੰਦੇ ਨੇ ਉਹ ਬਚਨਾਂ ਨਾਲ ਨਹੀਂ ਸਮਝਦੇ, ਉਹਨਾਂ ਨੂੰ ਪ੍ਰੈਕਟੀਕਲ ਕਰਕੇ ਸਮਝਾਉਣਾ ਪੈਂਦਾ। ਅੱਜ ਵੀ ਲੋਕ ਕਹਿੰਦੇ ਨਾ ਕੋਈ ਮਹਾਂਪੁਰਖ, ਪੂਰਨ ਮਹਾਂਪੁਰਖ ਕੋਈ ਬਚਨ ਕਰੇ ਅਤੇ ਉਹਨਾਂ ਦੀ ਵਡਿਆਈ ਹੋਵੇ, ਅਤੇ ਅੱਜ ਵੀ ਬਹੁਤ ਲੋਕ ਐਸੇ ਨੇ ਇਹ ਪ੍ਰੈਕਟੀਕਲ ਕਰਕੇ ਦੱਸਣ, ਇਹ ਪ੍ਰੈਕਟੀਕਲ ਕਰਕੇ ਦਿਖਾਉਣ ਤਾਂ ਮੰਨਾਂਗੇ। ਅਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਇਹਨਾਂ ਨੇ ਇਸ ਤਰ੍ਹਾਂ ਨਹੀਂ ਸਮਝਣਾ। ਪਾਤਸ਼ਾਹ ਬਾਣੀ ਆਪਾਂ ਸਰਵਣ ਕਰਦੇ ਹਾਂ ਨਾ, ਕਰ ਉਪਦੇਸ਼ ਝਿੜਕੈ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੈ। ਝਿੜਕਣਾ ਬਸ ਥੋੜ੍ਹਾ ਜਿਹਾ ਕਸ਼ਟ ਸਰੀਰ ਨੂੰ ਦਿੱਤਾ, ਮਨੁੱਖ ਆਪੇ ਹੀ ਰਾਹ 'ਤੇ ਆ ਜਾਂਦਾ। ਫਿਰ ਹੁਣ ਕਸ਼ਟ ਬੜਾ ਹੋ ਗਿਆ, ਮੀਂਹ ਬੰਦ ਹੋ ਗਏ, ਰੁੱਖ ਬਨਾਸਪਤੀ ਅਤੇ ਫਸਲ ਸੁੱਕਣੀ ਸ਼ੁਰੂ ਹੋ ਗਈ, ਅਤੇ ਜੀਵਨ ਦਾ ਰੁਜ਼ਗਾਰ ਵੀ ਬੰਦ ਹੋ ਗਿਆ। ਹੁਣ ਜੇ ਫਸਲ ਪੈਦਾ ਨਹੀਂ ਹੁੰਦੀ ਅਤੇ ਭੋਜਨ ਕਿੱਥੋਂ ਛਕਾਂਗੇ? ਬੜੇ ਹੈਰਾਨ ਹੋਏ। ਹੁਣ ਜੋਗੀ ਕੋਲ ਜਾਂਦੇ ਨੇ, ਜੋਗੀ ਜੀ ਕਿਰਪਾ ਕਰੋ, ਭਗਵਾਨ ਜੀ ਕਿਰਪਾ ਕਰੋ, ਮੀਂਹ
ਦੀ ਦਾਤ ਬਖਸ਼ੋ। ਬਨਸਪਤੀ ਸੁੱਕ ਰਹੀ ਹੈ ਤੇ ਜਿਸ ਤਰ੍ਹਾਂ ਸਾਰਾ ਕੁਝ ਸੁੱਕ ਗਿਆ ਤੇ ਆਪਣਾ ਤਾਂ ਭੋਜਨ ਹੀ ਖਤਮ ਹੋ ਜਾਏਗਾ, ਕਿੱਥੋਂ ਛਕਾਂਗੇ, ਮੌਤ ਹੋ ਜਾਏਗੀ, ਆਪਣਾ ਦੇਸ਼ ਹੀ ਖਾਲੀ ਹੋ ਜਾਏਗਾ। ਉਹਨੇ ਬੜੀਆਂ ਆਪਣੀਆਂ ਰਿਧੀਆਂ ਸਿੱਧੀਆਂ ਅਨੁਸਾਰ ਉਹਨੇ ਜਾਦੂ, ਉਹਨੇ ਮੰਤਰ ਜੰਤਰ ਤੰਤਰ ਬੜਾ ਕੁਛ ਕਰਨਾ ਸ਼ੁਰੂ ਕਰ ਦਿੱਤਾ ਤੇ ਨਾ ਮੀਂਹ ਪਿਆ ਤੇ ਨਾ ਪੈਣਾ ਸੀ। ਤੇ ਜਦੋਂ ਦੁੱਖ ਕੋਈ ਜੀਵਨ ਵਿੱਚ ਆਉਂਦਾ ਨਾ, ਔਖੀ ਘੜੀ ਆਉਂਦੀ ਹੈ, ਫਿਰ ਰੱਬ ਨੂੰ ਲੱਭਣਾ ਸ਼ੁਰੂ ਕਰ ਦਿੰਦੇ ਨੇ, ਕੋਈ ਚੰਗਾ ਪੂਰਨ ਪਰਮੇਸ਼ਰ ਦਾ ਪਿਆਰਾ ਮਿਲ ਜਾਏ। ਹੁਣ ਇਹਨਾਂ ਨੇ ਸੋਚਿਆ ਵੀ ਆਪਾਂ ਜੋਗੀ ਤਾਂ ਕੁਛ ਕਰ ਨਹੀਂ ਸਕਿਆ, ਮੀਂਹ ਪੈਂਦਾ ਨਹੀਂ, ਜਿਹੜਾ ਕਹਿੰਦਾ ਸੀ ਮੈਂ ਮੀਂਹ ਪਾਉਣਾ, ਜਿਹੜੇ ਉਹ ਜੰਗਲ ਦੇ ਵਿੱਚ ਬ੍ਰਿਛ ਦੇ ਥੱਲੇ ਮਹਾਂਪੁਰਖ ਬੈਠੇ ਨੇ, ਆਪਾਂ ਉਹਨਾਂ ਦੇ ਕੋਲ ਚੱਲੀਏ। ਹੁਣ ਸਣੇ ਰਾਜਾ ਤੇ ਸਣੇ ਪਰਜਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਪਹੁੰਚੇ, ਕਹਿਣ ਲੱਗੇ ਸੱਚੇ ਪਾਤਸ਼ਾਹ ਕਿਰਪਾ ਕਰੋ। ਗੁਰੂ ਪਾਤਸ਼ਾਹ ਕਹਿੰਦੇ ਨੇ ਬਈ ਜੋਗੀ ਜਿਹੜਾ ਤੁਹਾਡਾ ਗੁਰੂ ਆ ਉਹਦੇ ਕੋਲ ਜਾਣਾ ਸੀ, ਉਹਨੂੰ ਬੇਨਤੀਆਂ ਅਰਦਾਸਾਂ ਕਰਨੀਆਂ ਸੀ, ਕਹਿਣਾ ਸੀ ਕਿਰਪਾ ਹੋ ਜਾਏ, ਮੀਂਹ ਪੈ ਜਾਏ। ਉਹ ਕਹਿਣ ਲੱਗੇ ਜੀ ਬੜਾ ਅਸੀਂ ਅਰਦਾਸਾਂ ਉਹਦੇ ਕੋਲ ਬੇਨਤੀਆਂ ਕਰ ਕਰਕੇ ਥੱਕ ਗਏ, ਪਰ ਮੀਂਹ ਨਹੀਂ ਪਿਆ, ਹੁਣ ਤੁਸੀਂ ਕਿਰਪਾ ਕਰੋ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਨਹੀਂ, ਦੇਖੋ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਤੇ ਵੀ ਇਹ ਨਹੀਂ ਕਿਹਾ ਵੀ ਮੇਰੀ ਸੇਵਾ ਕਰੋ, ਮੇਰੀ ਪੂਜਾ ਕਰੋ, ਮੈਂ ਰੱਬ ਹਾਂ। ਬੇਸ਼ੱਕ ਆਪ ਨਿਰੰਕਾਰ, ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰ ਵਰਿਓ, ਪਰ ਇਹ ਨਹੀਂ ਕਿਹਾ। ਕਹਿੰਦੇ ਨਿਰੰਕਾਰ ਦਾ ਸਿਮਰਨ ਕਰੋ। ਕਿਵੇਂ ਕਰੀਏ ਜੀ? ਪਾਤਸ਼ਾਹ ਕਹਿੰਦੇ ਨੇ ਤ੍ਰਿਭਾਵਲ ਦਾ ਕੜਾ ਪ੍ਰਸ਼ਾਦ ਕਰੋ। ਵਿਧੀ ਦੱਸ ਦਿੱਤੀ, ਸਾਰਾ ਕੁਝ ਦੱਸ ਦਿੱਤਾ ਤੇ ਨਿਰੰਕਾਰ ਅੱਗੇ ਅਰਦਾਸ ਕਰੋ। ਇੱਕ ਮਨ ਚਿੱਤ ਹੋ ਕੇ ਸਤਨਾਮ ਵਾਹਿਗੁਰੂ ਦਾ ਜਾਪ ਜਪੋ ਤੇ ਫਿਰ ਉਹ ਨਿਰੰਕਾਰ ਤੁਹਾਡੀ ਅਰਦਾਸ ਸੁਣੇਗਾ ਤੇ ਇੱਥੇ ਜੋ ਹੈ ਬਾਰਿਸ਼ ਹੋ ਜਾਏਗੀ। ਇਸੇ ਤਰ੍ਹਾਂ ਕੀਤਾ ਗਿਆ, ਕੜਾ ਪ੍ਰਸ਼ਾਦ ਤਿਆਰ ਕੀਤਾ ਗਿਆ। ਇਹ ਗੁਰੂ ਦਾ ਹੁਕਮ ਵੀ ਹੈ, ਜਦੋਂ ਵੀ ਆਪਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਔਕੜ ਹੈ ਜਾਂ ਕੋਈ ਅਰਦਾਸ ਬੇਨਤੀ ਹੈ ਤੇ ਕੜਾ ਪ੍ਰਸ਼ਾਦੀ ਦੇ ਪੂਰਨ ਸਿਦਕ ਭਰੋਸੇ ਅਤੇ ਮਰਿਆਦਾ ਦੇ ਨਾਲ, ਸੁਚਮਤਾ ਦੇ ਨਾਲ ਆਪਾਂ ਤਿਆਰ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਲੈ ਕੇ ਪੂਰਨ ਸਿਦਕ ਦੇ ਨਾਲ ਅਰਦਾਸ ਕਰੀਏ ਤੇ ਕੋਈ ਕਾਰਨ ਨਹੀਂ ਅਰਦਾਸ ਪੂਰੀ ਨਾ ਹੋਵੇ। ਤੇ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਰਾਜੇ ਨੂੰ ਕਿਹਾ। ਹੁਣ ਰਾਜੇ ਨੇ ਸਮਾਨ ਮੰਗਵਾਇਆ ਗਿਆ, ਬੜੀ ਸੁਚਮਤਾ ਦੇ ਨਾਲ ਦੇਗ ਤਿਆਰ ਹੋਈ। ਅਰਦਾਸ ਨਿਰੰਕਾਰ ਦੇ ਚਰਨਾਂ ਦੇ ਵਿੱਚ ਜਦੋਂ ਕੀਤੀ, ਐਸੀ ਕਿਰਪਾ ਹੋਈ, ਬੱਦਲ ਛਾ ਗਏ ਤੇ ਬਾਰਿਸ਼ ਸ਼ੁਰੂ ਹੋ ਗਈ। ਹੁਣ ਨਿਰੰਕਾਰ ਤੇ ਭਰੋਸਾ ਬਣ ਗਿਆ, ਵਿਸ਼ਵਾਸ ਬਣ ਗਿਆ। ਹੁਣ ਜੋਗੀ ਬੜਾ ਤੜਫਿਆ ਵੀ ਮੇਰੇ ਜਪ ਤਪ ਕਰਨ ਨਾਲ, ਮੇਰੇ ਜੰਤਰ ਮੰਤਰ ਤੰਤਰ ਕਰਨ ਨਾਲ ਮੀਂਹ ਨਹੀਂ ਪਿਆ ਤੇ ਇਹ ਜਿਹੜਾ ਨਵਾਂ ਸਾਧੂ ਆਇਆ ਇਹਨੇ ਤਾਂ ਕੁਛ ਵੀ ਨਹੀਂ ਕੀਤਾ। ਇਹਨਾਂ ਨੂੰ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਰਕੇ ਪ੍ਰਸ਼ਾਦ ਵਰਤਾਓ, ਅਰਦਾਸ ਕਰੋ, ਮੀਂਹ ਪੈ ਗਿਆ। ਤੇ ਇਹ ਹੁਣ ਰਾਜਾ ਤੇ ਪ੍ਰਜਾ ਇਹਨਾਂ ਨੇ ਜੋਗੀ ਦਾ ਖਹਿੜਾ ਛੱਡ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖ ਹੋਏ। ਜਨਮ ਸਾਖੀ 'ਚ ਲਿਖਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਨਾਂ ਨੂੰ ਚਰਨਾ ਅੰਮ੍ਰਿਤ ਦਿੱਤਾ। ਪਹਿਲਾਂ ਇਹ ਗੁਰੂ ਧਾਰਨ ਦੀ ਇੱਕ ਇਹ ਵਿਧੀ ਹੁੰਦੀ ਸੀ। ਅੱਜ ਕੱਲ੍ਹ ਆਪਾਂ ਅੰਮ੍ਰਿਤ ਛਕਦੇ ਹਾਂ, ਗੁਰੂ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ, ਉਦੋਂ ਚਰਨ ਅੰਮ੍ਰਿਤ ਹੁੰਦਾ ਸੀ। ਤੇ ਕੁਝ ਸਮਾਂ ਇੱਥੇ ਗੁਰੂ ਪਾਤਸ਼ਾਹ ਜੀ ਇਹਨਾਂ ਨੂੰ ਧਰਮ ਦਾ ਤੇ ਸੱਚ ਦਾ ਉਪਦੇਸ਼ ਦਿੰਦੇ ਰਹੇ। ਫਿਰ ਪਾਤਸ਼ਾਹ ਜੀ ਨੇ ਇੱਥੋਂ ਅੱਗੇ ਚੱਲਣ ਦੀ ਤਿਆਰੀ ਕੀਤੀ। ਜਦੋਂ ਰਾਜੇ ਨੂੰ ਪਤਾ ਲੱਗਾ, ਇਹ ਕਹਿਣ ਲੱਗਾ ਪਾਤਸ਼ਾਹ ਕਿਰਪਾ ਕਰੋ, ਇੱਥੋਂ ਨਾ ਜਾਓ। ਹੁਣ ਉਹਨੇ ਸੋਚਿਆ ਵੀ ਜੇ ਇੱਥੇ ਰਹਿਣਗੇ ਮੀਂਹ ਵੀ ਪਏਗਾ, ਸਾਰਾ ਕੁਝ ਹੋਏਗਾ, ਜੇ ਇੱਥੋਂ ਚਲੇ ਗਏ ਤੇ ਜੋਗੀ ਦੇ ਪੱਲੇ ਤਾਂ ਹੈ ਹੀ ਕੁਛ ਨਹੀਂ, ਮੀਂਹ ਕਿੱਥੋਂ ਪਏਗਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਨਿਰੰਕਾਰ ਤਾਂ ਕੁੱਲ ਕਾਇਨਾਤ ਦੇ ਅੰਦਰ ਹੈ, ਜ਼ਰਰੇ ਜ਼ਰਰੇ ਦੇ ਵਿੱਚ ਹੈ, ਉਹ ਦੂਰ ਨਹੀਂ ਹੈ। ਹਾਂ ਬਸ ਉਹਦਾ ਸਿਮਰਨ ਕਰੋ, ਧਰਮਸ਼ਾਲਾ ਬਣਾਓ, ਇੱਥੇ ਸੱਚ ਦਾ ਉਪਦੇਸ਼ ਹੋਵੇ, ਇੱਕ ਨਿਰੰਕਾਰ ਦੇ ਨਾਮ ਦਾ ਸਿਮਰਨ ਤੇ ਜਾਪ ਹੋਵੇ, ਧਰਮ ਦੀ ਕਿਰਤ ਕਰੋ। ਤੇ ਕਿਸੇ ਜੋਗੀ ਸਰੇਵੜੇ ਦੇ ਵਿੱਚ ਇੰਨੀ ਸਮਰੱਥਾ ਨਹੀਂ ਹੈ। ਇੱਕ ਨਿਰੰਕਾਰ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੋ ਤੇ ਆਪਣੇ ਗੁਰੂ ਦੀ ਸਤਿਪੁਰਸ਼ ਦੀ ਜੋ ਕਰਨੀ ਹੈ, ਸਰੀਰਿਕ ਕਰਨੀ, ਉਹਦੇ ਵੱਲ ਨਾ ਦੇਖੋ, ਉਹਦੇ ਬਚਨਾਂ, ਉਹਦੇ ਉਪਦੇਸ਼ ਨੂੰ ਕਮਾਓ, ਤੁਹਾਡੇ ਉੱਤੇ ਪਰਮੇਸ਼ਰ ਦੀ ਰਹਿਮਤ ਹੋ